ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 12ਵਾਂ ਤੀਜੇ ਕਾਂਡ ਦਾ 7ਵਾਂ ਭਾਗ ਪੂਜਾ ਅਰਚਾ 8ਵਾਂ ਭਾਗ ਦੇਵੀ ਦੇਵਤੇ ਦੀ ਪੂਜਾ ਅਤੇ ਗੁਰਮਤ ਭਾਗ 9ਵਾਂ ਪੂਜਾ ਦਾ ਜ਼ੁਲਮੀ ਅਤੇ ਨਿਸਫਲ ਪੱਖ ਅਤੇ ਭਾਗ 10ਵਾਂ ਪੂਜਾ ਸੰਬੰਧੀ ਗੁਰਮਤ ਮਰਜ਼ਾਦਾ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੂਜਾ ਅਰਚਾ। ਦੇਵਤਿਆਂ ਨੇ ਹੋਰ ਕਿਸ ਪ੍ਰਕਾਰ ਦੀ ਅਪਾਰ ਕਿਰਪਾ ਆਪਣੇ ਸੇਵਕ ਇਸ ਬਿੱਪਰ ਜੀ ਤੇ ਕੀਤੀ। ਕੌਮੀ ਸਵੈਮਾਨ ਅਤੇ ਅਣਖ ਦਾ ਭੋਗ ਕਿਵੇਂ ਪਿਆ, ਇਸ ਦੀ ਦੁਖਦਾਈ ਗਾਥਾ ਅੱਗੇ ਤੋਰਨ ਤੋਂ ਪਹਿਲਾਂ ਇਹ ਸਮਝ ਲਈਏ ਕਿ ਨੰਬਰ 1 ਪੂਜਾ ਅਰਚਾ ਦਾ ਅਰਥ ਕੀ ਹੈ। ਨੰਬਰ 2 ਬ੍ਰਾਹਮਣ ਨੇ ਕਿਸ ਪ੍ਰਕਾਰ ਦੀ ਦੇਵ ਪੂਜਾ ਆਰੰਭ ਕਰਾਈ। ਨੰਬਰ 3 ਅਤੇ ਇਸ ਬਾਰੇ ਗੁਰਮਤ ਦਾ ਕੀ ਸਿਧਾਂਤ ਹੈ। ਮਹਾਨ ਕੋਸ਼ ਅਨੁਸਾਰ ਪੂਜਾ ਦਾ ਅਰਥ ਸਨਮਾਨ, ਆਦਰ, ਸੇਵਾ ਹੈ, ਪਰ ਦਸਮ ਗ੍ਰੰਥ ਵਿਚਲੇ ਕ੍ਰਿਸ਼ਨ ਅਵਤਾਰ ਵਿੱਚ ਪੂਜਾ ਸ਼ਬਦ ਮਾਰ ਕੁਟਾਈ ਆਦਿ ਲਈ ਵੀ ਵਰਤਿਆ ਹੋਇਆ ਹੈ। ਏਕ ਗਦਾ ਉੱਠ ਕਰ ਮੇਂ ਧਰੀ, ਸਭ ਭੂਪਨ ਕੀ ਪੂਜਾ ਕਰੀ। ਭਾਵ ਹੱਥਾਂ ਵਿੱਚ ਗਦਾ ਫੜ ਲਈ ਅਤੇ ਮਾਰ ਕੇ ਰਾਜਿਆਂ ਦੀ ਖੂਬ ਸੇਵਾ ਕੀਤੀ। ਪਰ ਪੂਜਾ ਦਾ ਪ੍ਰਚਲਿਤ ਅਰਥ ਵਿਧੀ ਵਿਧਾਨ ਅਨੁਸਾਰ ਇਸ਼ਟ ਦਾ ਪੂਜਨ ਕਰਨਾ ਹੈ। ਮਨੁੱਖ ਦੇ ਆਦਰ ਸਤਿਕਾਰ ਨੂੰ ਪੂਜਾ ਕਰਨਾ ਨਹੀਂ ਕਿਹਾ ਜਾਂਦਾ। ਕੇਵਲ ਦੇਵਤੇ ਅਤੇ ਹਿੰਦੂ ਧਰਮ ਦੇ ਧਾਰਮਿਕ ਵਿਅਕਤੀ ਦੇ ਵਿਧੀ ਅਨੁਸਾਰ ਆਦਰ ਨੂੰ ਹੀ ਪੂਜਨ ਕੀਤਾ ਜਾਣਾ ਮੰਨਿਆ ਜਾਣ ਦੀ ਮਰਜ਼ਾਦਾ ਬਣ ਚੁੱਕੀ ਹੈ। ਇਸੇ ਤਰ੍ਹਾਂ ਅਰਚ ਦਾ ਅਰਥ ਪੂਜਾ ਕਰਨਾ, ਸੇਵਾ ਕਰਨਾ, ਮਾਣ ਕਰਨਾ, ਸਵਾਰਨਾ, ਉਸਤਤ ਕਰਨਾ, ਸਥਾਪਨ ਕਰਨਾ ਹੈ। ਅਰਚਾ ਦਾ ਅਰਥ ਆਦਰ ਸਤਿਕਾਰ ਹੈ, ਪਰ ਅਰਚਾ ਵੀ ਦੇਵੀ ਦੇਵਤੇ ਅਥਵਾ ਇਸ਼ਟ ਦੇ ਆਦਰ ਨਾਲ ਹੀ ਜੁੜਿਆ ਹੋਇਆ ਹੈ। ਹਿੰਦੂ ਪਿਤਰਾਂ ਦੀ ਵੀ ਪੂਜਾ ਅਰਚਾ ਕਰਦੇ ਹਨ। ਆਮ ਵਿਅਕਤੀ ਦੇ ਆਦਰ ਸਤਿਕਾਰ ਨੂੰ ਪੂਜਾ ਅਰਚਾ ਕਰਨ ਦਾ ਰਿਵਾਜ ਨਹੀਂ ਹੈ। ਪੂਜਾ ਅਰਚਾ ਬਾਰੇ ਇਹ ਉਚੇਚਾ ਅਨੁਭਵੀ ਨਰੋਲ ਬਿੱਪਰ ਦੀ ਹੀ ਦੇਣ ਹੈ। ਆਰੰਭਕ ਸਧਾਰਨ ਮਨੁੱਖ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਦੇ ਅੱਗੇ ਸਿਰ ਨਵਾਉਣਾ, ਡੰਡੌਤ ਕਰ ਦੇਣੀ ਅਥਵਾ ਆਪਣੇ ਸ਼ਬਦਾਂ ਵਿੱਚ ਕੋਈ ਅਰਦਾਸ ਕਰ ਲੈਣ ਨੂੰ ਹੀ ਦੇਵਤਿਆਂ ਦੀ ਪੂਜਾ ਸਮਝਦਾ ਸੀ। ਪਰ ਨਿਸ਼ਕਪਟ ਹਿਰਦੇ ਤੋਂ ਉਪਜੀ ਸ਼ਰਧਾ ਨਾਲ ਕੀਤੀ ਇਸ ਪੂਜਾ ਨੂੰ ਬ੍ਰਾਹਮਣ ਨੇ ਪਸੰਦ ਨਾ ਕੀਤਾ। ਅਜਿਹੀ ਪੂਜਾ ਕਰਨ ਨਾਲ ਬ੍ਰਾਹਮਣ ਦੇ ਪੱਲੇ ਕੁਝ ਨਹੀਂ ਸੀ ਪੈਂਦਾ। ਉਸ ਨੇ ਦੇਵਤਿਆਂ ਦੀਆਂ ਸ਼ਕਤੀਆਂ ਦਾ ਪ੍ਰਭਾਵ ਪਾਉਣ ਲਈ ਅਤੇ ਉਹਨਾਂ ਦੀ ਕਰੋਪੀ ਤੋਂ ਬਚੇ ਰਹਿਣ ਲਈ ਪੂਜਾ ਦੀ ਖਾਸ ਵਿਧੀ ਘੜ ਲਈ। ਖਾਸ ਮੁਹੂਰਤ ਜਾਂ ਸਮੇਂ ਤੇ ਦੇਵਤੇ ਅਥਵਾ ਠਾਕਰ ਨੂੰ ਨਹਾਉਣਾ, ਉਸ ਦੀ ਪੂਜਾ ਵਾਸਤੇ ਖਾਸ ਪ੍ਰਕਾਰ ਦੀ ਸਮੱਗਰੀ, ਥਾਲ ਵਿੱਚ ਦੀਵੇ, ਫੁੱਲ, ਚੰਦਨ, ਕੇਸਰ ਆਦਿ ਅਤੇ ਦੇਵੀ ਦੇਵਤੇ ਦੀ ਪ੍ਰਸ਼ੰਸਾ ਲਈ ਵੱਧ ਤੋਂ ਵੱਧ ਮਾਇਆ ਦੀ ਅਥਵਾ ਹੋਰ ਕੀਮਤੀ ਪਦਾਰਥ ਦੀ ਭੇਟ ਕਰਨ ਦੇ ਨਾਲ ਬ੍ਰਾਹਮਣ ਦੇ ਬਣਾਏ ਖਾਸ ਭਜਨਾਂ ਦਾ ਉਚਾਰਨ ਅਥਵਾ ਗਾਇਨ ਕਰਨਾ ਆਦਿ ਕਈ ਢੰਗਾਂ ਦੀ ਮਰਜ਼ਾਦਾ ਬਣਾ ਦਿੱਤੀ। ਮੰਤਵ ਸਿਰਫ ਦਿਲ ਆਈ ਲੁੱਟ ਕਰਨ ਦਾ ਸੀ, ਜੋ ਸਮੇਂ ਦੇ ਗੇੜ ਨਾਲ ਧਰਮ ਦਾ ਅੰਗ ਬਣ ਗਈ। ਭਾਗ 8ਵਾਂ ਦੇਵੀ ਦੇਵਤਿਆਂ ਦੀ ਪੂਜਾ ਅਤੇ ਗੁਰਮਤ। ਦੇਵਤੇ ਆਦਿ ਦੀ ਜਿਹੜੀ ਪੂਜਾ ਪੁਰੋਹਿਤ ਜੀ ਨੇ ਠੱਗ ਨੀਤੀ ਨਾਲ ਚਲਾਈ ਸੀ, ਉਸ ਦਾ ਸਤਿਗੁਰਾਂ ਨੇ ਮਿੱਠੇ ਅਤੇ ਨਿਆਰੇ ਢੰਗ ਨਾਲ ਖੰਡਨ ਕੀਤਾ ਹੈ। ਦੇਵਤੇ ਦੀ ਪੂਜਾ ਕਰਨ ਲਈ ਬ੍ਰਾਹਮਣ ਪਹਿਲਾਂ ਸੁੱਚੇ ਪਾਣੀ ਨਾਲ ਮੂਰਤੀ ਦਾ ਇਸ਼ਨਾਨ ਕਰਾਉਂਦਾ ਹੈ। ਫਿਰ ਉਸ ਪੱਥਰ ਦੀ ਮੂਰਤੀ ਰੂਪੀ ਦੇਵੀ ਦੇਵਤੇ ਨੂੰ ਵਧੀਆ ਬਸਤਰ ਪਾ ਕੇ ਚੰਦਨ ਦੀ ਲੱਕੜੀ ਚਰਨਾਠੀ ਨੂੰ ਪੱਥਰ ਦੀ ਸਿਲ ਉਰਸਾ ਤੇ ਘਸਾ ਕੇ ਉਸ ਦਾ ਖੁਸ਼ਬੂਦਾਰ ਤਿਲਕ ਆਦਿ ਲਾਉਂਦਾ ਹੈ ਅਤੇ ਕੇਸਰ ਛਿੜਕਦਾ ਹੈ। ਵਿਖਾਵੇ ਵਾਲੇ ਇਹਨਾਂ ਕਰਮਕਾਂਡੀ ਅਡੰਬਰਾਂ ਦਾ ਖੰਡਨ ਕਰਦੇ ਹੋਏ ਗੁਰਦੇਵ ਜੀ ਫਰਮਾਉਂਦੇ ਹਨ, ਤੇਰਾ ਨਾਮ ਕਰੀ ਚਣ ਨਾਠੀਆ, ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ, ਘਟ ਅੰਤਰ ਪੂਜਾ ਹੋਏ, ਪੂਜਾ ਕੀਚੈ ਨਾਮ ਧਿਆਈਐ, ਬਿਨ ਨਾਮੇ ਪੂਜ ਨਾ ਹੋਇ ਰਹਾ। ਬਾਹਰ ਦੇਵ ਪਖਾਲੀਐ, ਜੇ ਮਨ ਧੋਵੈ ਕੋਏ, ਝੂਠ ਲਹੈ ਜਿਉ ਮਾਂਝੀਐ, ਮੋਖ ਪਿਆਣਾ ਹੋਏ। ਪਸ਼ੂ ਮਿਲੇ ਚੰਗਿਆਈਆਂ, ਖੜ ਖਾਵੇਂ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ, ਤ੍ਰਿਗ ਜੀਵਨ ਕਰਮ ਕਰੇ। ਨੇੜਾ ਹੈ ਦੂਰ ਨਾ ਜਾਣਿਓ, ਨਿਤ ਸਾਰੇ ਸੰਭਾਲੇ, ਜੋ ਦੇਵੇ ਸੋ ਖਾਵਣਾ, ਕਹੋ ਨਾਨਕ ਸਾਚਾ ਹੈ।
ਪੰਨਾ 499। ਅਰਥ, ਹੇ ਪ੍ਰਭੂ, ਜੇ ਮੈਂ ਤੇਰੇ ਨਾਮ ਦੀ ਯਾਦ ਨੂੰ ਚੰਦਨ ਦੀ ਲੱਕੜੀ ਬਣਾ ਲਵਾਂ, ਜੇ ਮੇਰਾ ਮਨ ਉਸ ਚੰਦਨ ਦੀ ਲੱਕੜੀ ਨੂੰ ਘਸਾਣ ਵਾਸਤੇ ਸਿਲ ਬਣ ਜਾਏ, ਜੇ ਮੇਰਾ ਉੱਚਾ ਆਚਰਨ ਇਹਨਾਂ ਨਾਲ ਕੇਸਰ ਬਣ ਕੇ ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਦੇ ਅੰਦਰ ਹੀ ਆਪਣੇ ਆਪ ਪਈ ਹੋਵੇਗੀ। ਹੇ ਭਾਈ, ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ। ਇਹੀ ਪੂਜਾ ਹੈ ਉਸ ਪ੍ਰਭੂ ਦੀ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਹੋਰ ਕੋਈ ਪੂਜਾ ਐਸੀ ਨਹੀਂ ਜੋ ਪ੍ਰਵਾਨ ਹੋ ਸਕੇ। ਰਹਾਓ, ਜਿਵੇਂ ਬਾਹਰ ਦੇਵ ਮੂਰਤੀ ਦੇ ਇਸ਼ਨਾਨ ਕਰਾਈਦੇ ਹਨ, ਤਿਵੇਂ ਜੇ ਕੋਈ ਮਨੁੱਖ ਆਪਣੇ ਮਨ ਨੂੰ ਨਾਮ ਸਿਮਰਨ ਨਾਲ ਧੋਵੇ ਤਾਂ ਉਸ ਦੇ ਮਨ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਉਸ ਦੀ ਜਿੰਦ ਸ਼ੁੱਧ ਪਵਿੱਤਰ ਹੋ ਜਾਂਦੀ ਹੈ, ਉਸ ਦਾ ਜੀਵਨ ਸਫਰ ਵਿਕਾਰਾਂ ਤੋਂ ਆਜ਼ਾਦ ਹੋ ਜਾਂਦਾ ਹੈ। ਇਸ ਧਰਤੀ ਉੱਤੇ ਮਨੁੱਖ, ਪਸ਼ੂ ਪੰਛੀ ਆਦਿਕ ਸਭ ਦਾ ਸਰਦਾਰ ਮੰਨਿਆ ਜਾਂਦਾ ਹੈ, ਪਰ ਪਸ਼ੂਆਂ ਨੂੰ ਸ਼ਾਬਾਸ਼ ਮਿਲਦੀ ਹੈ ਕਿਉਂਕਿ ਉਹ ਘਾਹ ਖਾਂਦੇ ਹਨ ਤੇ ਦੁੱਧ ਵਰਗਾ ਉੱਤਮ ਪਦਾਰਥ ਦਿੰਦੇ ਹਨ। ਭਾਵ ਪਸ਼ੂ ਤਾਂ ਮਨੁੱਖ ਦੀ ਦਿੱਤੀ ਸੁੱਕੀ ਸੜੀ ਤੂੜੀ ਖਾ ਕੇ ਦੁੱਧ ਦਿੰਦੇ ਹਨ, ਪਰ ਪ੍ਰਭੂ ਦੀਆਂ ਬੇਅੰਤ ਦਾਤਾਂ ਦੇ ਵੱਟੇ ਮਨੁੱਖ ਉਸ ਦਾ ਦਿਲੋਂ ਧੰਨਵਾਦ ਕਰਨ ਦੀ ਬਜਾਏ ਸਗੋਂ ਠੱਗੀਆਂ ਮਾਰਨ ਵਾਲੀ ਰੁਚੀ ਅਧੀਨ ਉਸ ਦੇ ਬੁੱਤ ਬਣਾ ਕੇ ਦਿਖਾਵੇ ਵਾਲੇ ਕਰਮ ਕਾਂਡਾਂ ਰਾਹੀਂ ਲੋਕਾਂ ਨੂੰ ਭਰਮ ਵਿੱਚ ਪਾ ਰਿਹਾ ਹੈ। ਸੋ ਅਜਿਹੇ ਨਾਮ ਤੋਂ ਸੱਖਣੇ ਮਨੁੱਖਾਂ ਦਾ ਜੀਵਨ ਫਿਟਕਾਰਯੋਗ ਹੈ, ਕਿਉਂਕਿ ਉਹ ਨਾਮ ਵਿਸਾਰ ਕੇ ਹੋਰ ਕੰਮ ਕਰ ਰਹੇ ਹਨ। ਗੁਰਦੇਵ ਜੀ ਫਰਮਾਉਂਦੇ ਹਨ ਕਿ ਸਾਡੀ ਤੇ ਪ੍ਰਭੂ ਦੀ ਬੜੀ ਨੇੜੇ ਦੀ ਸਾਂਝ ਹੈ। ਇਤਨੀ ਨੇੜੇ ਦੀ ਜੋ ਕੁਝ ਉਹ ਸਾਨੂੰ ਦਿੰਦਾ ਹੈ ਉਹੀ ਅਸੀਂ ਖਾਂਦੇ ਹਾਂ, ਖਾ ਕੇ ਜੀਵਨ ਨਿਰਬਾਹ ਕਰਦੇ ਹਾਂ। ਉਹ ਦਾਤਾ ਹੈ ਵੀ ਸਦਾ ਸਾਡੇ ਸਿਰ ਉੱਤੇ ਕਾਇਮ, ਉਸ ਨੂੰ ਆਪਣੇ ਤੋਂ ਦੂਰ ਨਾ ਸਮਝੋ। ਉਹ ਸਾਡੀ ਸਾਰ ਲੈਂਦਾ ਹੈ, ਸੰਭਾਲ ਕਰਦਾ ਹੈ। ਮੂਰਤੀਆਂ ਦੀ ਅਜਿਹੀ ਪੂਜਾ ਕਰਨ ਦੇ ਥਾਂ ਉਸ ਹਾਜ਼ਰ ਨਾਜ਼ਰ ਪ੍ਰਭੂ ਦਾ ਸਿਮਰਨ ਕਰੋ। ਕਿਸੇ ਖਾਸ ਸਮੱਗਰੀ ਨਾਲ, ਕਿਸੇ ਖਾਸ ਥਾਂ ਅਤੇ ਕਿਸੇ ਖਾਸ ਕਰਮਕਾਂਡੀ ਵਿਧੀ ਨਾਲ ਪਰਮਾਤਮਾ ਦੀ ਅਥਵਾ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਕਰਨੀ, ਆਰਤੀ ਕਰਨੀ, ਕਿਸੇ ਰੂਪ ਵਿੱਚ ਮਾਇਆ ਭੇਟਾ ਕਰਨ ਨੂੰ ਪੂਜਾ ਦਾ ਅੰਗ ਸਮਝਣਾ ਅਥਵਾ ਗੁਰੂ ਅੱਗੇ ਕਿਸੇ ਪਦਾਰਥਾਂ ਦੇ ਅਰਪਣ ਕਰਨ ਵਿੱਚ ਗੁਰੂ ਦੀ ਪ੍ਰਸੰਨਤਾ ਸਮਝਣੀ ਮਨਮਤ ਹੈ। ਗੁਰਬਾਣੀ ਅਜਿਹੇ ਫੋਕੇ ਅਡੰਬਰਾਂ ਨੂੰ ਫੋਕਟ ਮੰਨਦੀ ਹੈ। ਦੂਧ ਤਾਂ ਬਸ਼ਰੇ ਥਨੋਂ ਬੇਟਾਰਿਓ, ਫੂਲ ਭਵਰ ਜਲ ਮੀਨ ਬਿਗਾਰਿਓ, ਮਾਈ ਗੋਬਿੰਦ ਪੂਜਾ ਕਹਾਂ ਲੈ ਚਰਾਵੋਂ, ਅਵਰ ਨ ਫੂਲ ਅਨੂਪ ਨ ਪਾਵੋਂ ਰਹਾਓ। ਮੈਲਾ ਗਰ ਬੈਰੇ ਹੈ ਭੁਯੰਗਾ, ਬਿਕ ਅੰਮ੍ਰਿਤ ਬਸੈ ਇੱਕ ਸੰਗਾ, ਧੂਪ ਦੀਪ ਨਹੀਂ ਬੇਦੈ ਬਾਸਾ, ਕੈਸੇ ਪੂਜ ਕਰਹਿ ਤੇਰੀ ਦਾਸਾ, ਤਨ ਮਨ ਅਰਪੋਂ ਪੂਜ ਚਰਾਵੋਂ, ਗੁਰ ਪ੍ਰਸਾਦ ਨਿਰੰਜਨ ਪਾਵੋਂ, ਪੂਜਾ ਅਰਚਾ ਆਹੇ ਨਾ ਤੋਰੀ, ਕਹਿ ਰਵਿਦਾਸ ਕਵਨ ਗਤ ਮੋਰੀ। ਪੰਨਾ 525। ਅਰਥ, ਦੁੱਧ ਤਾਂ ਥਣਾ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ, ਫੁੱਲ ਭੌਰੇ ਨੇ ਸੁੰਘ ਕੇ ਤੇ ਪਾਣੀ ਮੱਛੀ ਪਾਣੀ ਦੇ ਜੀਆਂ ਨੇ ਖਰਾਬ ਕਰ ਦਿੱਤਾ। ਸੋ ਦੁੱਧ, ਫੁੱਲ ਤੇ ਪਾਣੀ ਤਿੰਨੇ ਹੀ ਝੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਟਾ ਕਰਨ ਜੋਗੇ ਨਾ ਰਹਿ ਗਏ। ਹੇ ਮਾਂ, ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿੱਥੋਂ ਕੋਈ ਚੀਜ਼ ਲੈ ਕੇ ਭੇਟਾ ਕਰਾਂ? ਕੋਈ ਹੋਰ ਸੁੱਚਾ ਫੁੱਲ ਆਦਿਕ ਮਿਲ ਨਹੀਂ ਸਕਦਾ। ਕੀ ਮੈਂ ਇਸ ਘਾਟੇ ਕਰਕੇ ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ? ਰਹਾਓ, ਚੰਦਨ ਦੇ ਬੂਟਿਆਂ ਨੂੰ ਸੱਪ ਚੰਬੜੇ ਹੋਏ ਹਨ ਤੇ ਉਹਨਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ। ਜ਼ਹਿਰ ਤੇ ਅੰਮ੍ਰਿਤ ਵੀ ਸਮੁੰਦਰ ਵਿੱਚ ਇਕੱਠੇ ਹੀ ਵਸਦੇ ਹਨ। ਬ੍ਰਾਹਮਣੀ ਮਿਥਿਹਾਸ ਵਿਚਲੀ ਸਮੁੰਦਰ ਰਿੜਕਣ ਵਾਲੀ ਗਾਥਾ ਵੱਲ ਇਸ਼ਾਰਾ ਹੈ। ਰਤਨਾਂ ਵਿੱਚ ਜ਼ਹਿਰ ਅਤੇ ਅੰਮ੍ਰਿਤ ਵੀ ਸਨ। ਸੁਗੰਧੀ ਆ ਜਾਣ ਕਰਕੇ ਧੂਪ, ਦੀਪ ਤੇ ਨੈਵੇਦ ਵੀ ਝੂਠੇ ਹੋ ਜਾਂਦੇ ਹਨ। ਫਿਰ ਹੇ ਪ੍ਰਭੂ, ਜੇ ਤੇਰੀ ਪੂਜਾ ਇਹਨਾਂ ਚੀਜ਼ਾਂ ਨਾਲ ਹੋ ਸਕਦੀ ਹੋਵੇ ਤਾਂ ਇਹ ਝੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ ਭਗਤ ਕਿਸ ਤਰ੍ਹਾਂ ਤੇਰੀ ਪੂਜਾ ਕਰਨ? ਹੇ ਪ੍ਰਭੂ, ਮੈਂ ਆਪਣਾ ਮਨ ਤੇ ਤਨ ਅਰਪਣ ਕਰਦਾ, ਤੇਰੀ ਪੂਜਾ ਵਜੋਂ ਇਹ ਕੁਝ ਭੇਟ ਕਰਦਾ। ਇਸੇ ਭੇਟਾ ਨਾਲ ਹੀ ਸਤਿਗੁਰ ਦੀ ਮਿਹਰ ਦੀ ਬਰਕਤ ਨਾਲ ਤੈਨੂੰ ਨਿਰੰਜਨ ਨੂੰ ਭਾਵ ਮਾਇਆ ਰਹਿਤ ਪ੍ਰਭੂ ਨੂੰ ਲੱਭ ਸਕਦਾ। ਰਵਿਦਾਸ ਆਖਦਾ ਹੈ, ਹੇ ਪ੍ਰਭੂ, ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ ਤੇ ਨਵੈਦ ਆਦਿਕ ਦੀ ਭੇਟਾ ਨਾਲ ਹੀ ਤੇਰੀ ਪੂਜਾ ਹੋ ਸਕਦੀ ਹੈ ਤਾਂ ਕਿਤੇ ਵੀ ਇਹ ਛਿਆਂ ਸੁੱਚੀਆਂ ਨਾ ਮਿਲਣ ਕਰਕੇ ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਨਹੀਂ ਸਕਦੀ। ਤਾਂ ਫਿਰ ਹੇ ਪ੍ਰਭੂ, ਮੇਰੀ ਕੀ ਗਤ ਹੁੰਦੀ, ਭਾਵ ਮੇਰਾ ਕੀ ਹਾਲ ਹੁੰਦਾ ਹੈ?
ਸ਼ਬਦ ਦਾ ਭਾਵ ਹੈ ਕਿ ਲੋਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਪਣੇ ਵੱਲੋਂ ਬੜੇ ਸੁੱਚੇ ਜਲ, ਫੁੱਲ ਤੇ ਦੁੱਧ ਆਦਿਕ ਨਾਲ ਪ੍ਰਸੰਨ ਕਰਨ ਦੇ ਯਤਨ ਕਰਦੇ ਹਨ, ਪਰ ਇਹ ਚੀਜ਼ਾਂ ਤਾਂ ਪਹਿਲਾਂ ਹੀ ਝੂਠੀਆਂ ਹੋ ਜਾਂਦੀਆਂ ਹਨ। ਪਰਮਾਤਮਾ ਅਜਿਹੀਆਂ ਚੀਜ਼ਾਂ ਦੀ ਭੇਟਾ ਨਾਲ ਖੁਸ਼ ਨਹੀਂ ਹੁੰਦਾ। ਉਹ ਤਾਂ ਮਨ ਤਨ ਅਰਥਾਤ ਹਿਰਦੇ ਸ਼ੁੱਧ ਵਿੱਚੋਂ ਉਪਜੇ ਸੁੱਚੇ ਪ੍ਰੇਮ ਦੀ ਭੇਟਾ ਕਬੂਲ ਕਰਦਾ ਹੈ। ਦੇਵੀ ਦੇਵਾ ਪੂਜੀਐ ਭਾਈ, ਕਿਆ ਮੰਗੂ ਕਿਆ ਦੇ, ਪਾਹਣ ਨੀਰ ਪਖਾਲੀਏ ਭਾਈ, ਜਲ ਮੈਂ ਬੁੱਢੇ ਤੇ। ਪੰਨਾ 637। ਅਰਥ, ਜੇ ਦੇਵੀ ਦੇਵਤਿਆਂ ਦੀਆਂ ਪੱਥਰ ਆਦਿਕ ਦੀਆਂ ਮੂਰਤੀਆਂ ਦੀ ਪੂਜਾ ਕਰੀਏ ਤਾਂ ਇਹ ਕੁਝ ਵੀ ਨਹੀਂ ਦੇ ਸਕਦੀਆਂ। ਇਹਨਾਂ ਕੋਲੋਂ ਕੀ ਮੰਗਣਾ, ਅਤੇ ਇਹਨਾਂ ਵਿਚਾਰੇ ਪੱਥਰ ਦੇ ਨਿਰਜੀਵ ਦੇਵੀ ਦੇਵਤਿਆਂ ਨੇ ਦੇਣਾ ਕੀ ਹੈ। ਪੱਥਰ ਦੇ ਬਣੇ ਇਹ ਦੇਵੀ ਦੇਵਤੇ ਜੋ ਅਸਲ ਵਿੱਚ ਨਿਰਜੀਵ ਪੱਥਰ ਹੀ ਹੈ, ਉਸ ਪੱਥਰ ਨੂੰ ਪਾਣੀ ਨਾਲ ਧੋਂਦੇ ਸਮੇਂ ਜੋ ਮੂਰਤੀ ਪੁਜਾਰੀ ਦੇ ਹੱਥੋਂ ਜਰਾ ਵੀ ਛੁੱਟ ਜਾਵੇ ਤਾਂ ਉਹ ਝੱਟ ਪਾਣੀ ਵਿੱਚ ਡੁੱਬ ਜਾਂਦੀ ਹੈ। ਜਿਹੜੀ ਮੂਰਤੀ ਆਪ ਹੀ ਪੁਜਾਰੀ ਦੇ ਸਹਾਰੇ ਦੀ ਮੁਹਤਾਜ ਹੈ, ਉਸ ਆਪਣੇ ਪੁਜਾਰੀਆਂ ਨੂੰ ਸੰਸਾਰ ਸਮੁੰਦਰ ਵਿੱਚੋਂ ਪਾਰ ਕਿਵੇਂ ਕਰਨਾ ਹੈ। ਪੱਥਰ ਦੇ ਥਾਂ ਕਈਆਂ ਨੇ ਮਿੱਟੀ ਦੇ ਦੇਵੀ ਦੇਵਤੇ ਵੀ ਬਣਾਏ ਹੁੰਦੇ ਹਨ ਅਤੇ ਉਹਨਾਂ ਨੂੰ ਪਿੱਤਰ ਮੰਨ ਕੇ ਪੂਜਾ ਭੇਟਾ ਕਰਦੇ ਹਨ। ਪੂਜਾ ਦੇ ਉਸ ਪੱਖ ਨੂੰ ਗੁਰਬਾਣੀ ਨੇ ਇਸ ਪ੍ਰਕਾਰ ਖੰਡਨ ਕੀਤਾ ਹੈ। ਮਾਟੀ ਕੇ ਕਰ ਦੇਵੀ ਦੇਵਾ, ਤਿਸ ਆਗੇ ਜਿਉ ਦੇਹੀ, ਐਸੇ ਪਿੱਤਰ ਤੁਮਾਰੇ ਕਹੀਏ, ਆਪਨ ਕਹਿਆ ਨ ਲੇਹੀ। ਸਰਜਿਓ ਕਾਟੇ ਨਿਰਜਿਓ ਪੂਜੈ, ਅੰਤ ਕਾਲ ਕੋ ਭਾਰੀ, ਰਾਮ ਨਾਮ ਕੀ ਗਤ ਨਹੀਂ ਜਾਨੀ, ਭੈ ਡੂਬੇ ਸੰਸਾਰੀ। ਦੇਵੀ ਦੇਵਾ ਪੂਜੈ ਡੋਲੈ, ਪਾਰ ਬ੍ਰਹਮ ਨਹੀਂ ਜਾਨਾ, ਕਹਿਤ ਕਬੀਰ ਅਕਲ ਨਹੀਂ ਚੇਤਿਆ, ਵਿਖਿਆ ਸਿਉ ਲਪਟਾਨਾ। ਪੰਨਾ 332। ਅਰਥ, ਮਿੱਟੀ ਦੇ ਦੇਵੀ ਦੇਵਤੇ ਬਣਾ ਕੇ ਲੋਕ ਉਸ ਦੇਵੀ ਜਾਂ ਦੇਵਤੇ ਅੱਗੇ ਕਿਸੇ ਜੀਵ ਭਾਵ ਪਸ਼ੂ ਦੀ ਅਤੇ ਕਈ ਵਾਰੀ ਕਿਸੇ ਮਨੁੱਖ ਦੀ ਬਲੀ ਭੇਟ ਕਰਦੇ ਹਨ। ਇਸੇ ਤਰ੍ਹਾਂ ਦੇ ਪਾਪ ਮਿੱਟੀ ਦੇ ਬਣਾਏ ਤੁਹਾਡੇ ਪਿੱਤਰ ਅਖਵਾਉਂਦੇ ਹਨ। ਉਹਨਾਂ ਅੱਗੇ ਵੀ ਜੋ ਤੁਹਾਡਾ ਚਿੱਤ ਕਰਦਾ ਹੈ ਧਰ ਦਿੰਦੇ ਹੋ। ਉਹ ਆਪਣੇ ਮੂੰਹੋਂ ਮੰਗ ਕੇ ਕੁਝ ਨਹੀਂ ਲੈ ਸਕਦੇ। ਲੋਕ ਲੋਕਾਚਾਰੀ ਰਸਮਾਂ ਵਿੱਚ ਗਰਕ ਹੋ ਰਹੇ ਹਨ। ਜਿਉਂਦੇ ਜੀਵਾਂ ਨੂੰ ਦੇਵੀ ਦੇਵਤਿਆਂ ਅੱਗੇ ਭੇਟ ਕਰਨ ਲਈ ਮਾਰਦੇ ਹਨ ਤੇ ਇਸ ਤਰ੍ਹਾਂ ਮਿੱਟੀ ਆਦਿਕ ਦੇ ਬਣਾਏ ਹੋਏ ਨਿਰਜਿੰਦ ਦੇਵਤਿਆਂ ਨੂੰ ਪੂਜਦੇ ਹਨ ਅਤੇ ਆਪਣਾ ਅੱਗਾ ਵਿਗਾੜੀ ਜਾ ਰਹੇ। ਐਸੇ ਲੋਕਾਂ ਨੂੰ ਉਸ ਆਤਮਿਕ ਅਵਸਥਾ ਦੀ ਸਮਝ ਨਹੀਂ ਆਉਂਦੀ ਜੋ ਪ੍ਰਭੂ ਨਾਲ ਨਾਮ ਸਿਮਰਿਆ ਬਣਦੀ ਹੈ। ਕਬੀਰ ਜੀ ਫਰਮਾਨ ਕਰਦੇ ਹਨ ਕਿ ਅਜਿਹੇ ਕਿਸਮ ਦੀ ਪੂਜਾ ਕਰਨ ਵਾਲੇ ਲੋਕ ਦੇਵੀ ਦੇਵਤਿਆਂ ਨੂੰ ਪੂਜਦੇ ਹੋਏ ਵੀ ਸਹਿਮੇ ਰਹਿੰਦੇ ਹਨ, ਕਿਉਂਕਿ ਅਸਲ ਸੁੱਖ ਸਾਂਦ ਦੀ ਬਖਸ਼ਿਸ਼ ਕਰਨ ਵਾਲੇ ਅਕਾਲ ਪੁਰਖ ਨੂੰ ਉਹ ਜਾਣਦੇ ਹੀ ਨਹੀਂ ਹਨ। ਅਜਿਹੇ ਲੋਕ ਜ਼ਾਤ ਕੁਲ ਰਹਿਤ ਪ੍ਰਭੂ ਨੂੰ ਨਹੀਂ ਸਿਮਰਦੇ ਅਤੇ ਸਦਾ ਮਾਇਆ ਨਾਲ ਚੰਬੜੇ ਰਹਿੰਦੇ ਹਨ। ਭਰਮ ਭੂਲੇ ਅਗਿਆਨੀ ਅੰਧੁਲੇ, ਭ੍ਰਮ ਭ੍ਰਮ ਫੂਲ ਤੋਰਾਵੈ, ਨਿਰਜਿਉ ਪੂਜੇ ਮੜਾ ਸਿਰੇਵੇਂ, ਸਭ ਬਿਰਥੀ ਘਾਲ ਗਵਾਵੇ। ਪੰਨਾ 1264। ਅਰਥ, ਮਨੁੱਖ ਭਟਕ ਭਟਕ ਕੇ ਮੂਰਤੀ ਆਦਿਕ ਦੀ ਪੂਜਾ ਵਾਸਤੇ ਫੁੱਲ ਤੋੜਦਾ ਫਿਰਦਾ ਹੈ। ਅਜਿਹੇ ਮਨੁੱਖ ਭਟਕਣਾ ਦੇ ਕਾਰਨ ਕੁਰਾਏ ਪਏ ਰਹਿੰਦੇ ਹਨ। ਆਤਮਿਕ ਜੀਵਨ ਵੱਲੋਂ ਬੇਸਮਝ ਟਿਕੇ ਰਹਿੰਦੇ ਹਨ। ਉਹਨਾਂ ਨੂੰ ਸਹੀ ਜੀਵਨ ਰਾਹ ਨਹੀਂ ਦਿਸਦਾ। ਉਹ ਅੰਨੇ ਮਨੁੱਖ ਬੇਜਾਨ ਮੂਰਤੀਆਂ ਨੂੰ ਪੂਜਦੇ ਹਨ ਅਥਵਾ ਸਮਾਧਾਂ ਨੂੰ ਮੱਥੇ ਟੇਕਦੇ ਰਹਿੰਦੇ ਹਨ। ਅਜਿਹਾ ਮਨੁੱਖ ਆਪਣੀ ਸਾਰੀ ਮਿਹਨਤ ਵਿਅਰਥ ਗਵਾਉਂਦਾ ਹੈ। ਭਾਗ 9ਵਾਂ। ਪੂਜਾ ਦਾ ਜ਼ੁਲਮੀ ਅਤੇ ਨਿਸਫਲ ਪੱਖ। ਸਿਰਜਣਹਾਰ ਦਾ ਭੈ ਭੁਲਾ ਕੇ ਮਾਇਆ ਦੇ ਮੋਹ ਵਿੱਚ ਫਸਿਆ ਪੁਜਾਰੀ ਆਪਣੀ ਲੰਪਟੀ ਤ੍ਰਿਸ਼ਨਾ ਦੀ ਪੂਰਤੀ ਲਈ ਦੇਵੀ ਦੇਵਤਿਆਂ ਦੀ ਪੂਜਾ ਦੇ ਬਹਾਨੇ ਗਰੀਬ ਲੋਕਾਂ ਨੂੰ ਲੁੱਟਦਾ ਹੈ। ਉਸ ਨਿੱਤ ਦੇ ਜ਼ੁਲਮੀ ਕਾਰੇ ਨਾਲ ਅਜਿਹਾ ਪੁਜਾਰੀ ਨਿਰਦਈ ਅਤੇ ਜ਼ਾਲਮ ਬਣ ਜਾਂਦਾ ਹੈ। ਕਿਸੇ ਤੇ ਤਰਸ ਮਿਹਰ ਕਰਨੀ ਉਹ ਭੁੱਲ ਹੀ ਜਾਂਦਾ ਹੈ। ਪੂਜਾ ਤਿਲਕ ਕਰਤ ਇਸ਼ਨਾਨਾ, ਛੁਰੀ ਕਾੜ ਲੇਵੇ ਹੱਥ ਦਾਨਾ, ਵੇਦ ਪੜ੍ਹੇ ਮੁਖ ਮੀਠੀ ਬਾਣੀ, ਜੀਆਂ ਕੋਹ ਤਨਾ ਸੰਗੈ ਪ੍ਰਾਣੀ। ਪੰਨਾ 201। ਅਰਥ, ਬ੍ਰਾਹਮਣ ਉਂਝ ਲੋਕ ਵਿਖਾਵੇ ਲਈ ਦੇਵਤਿਆਂ ਦੀ ਪੂਜਾ ਕਰਦਾ ਹੈ, ਮੱਥੇ ਤੇ ਤਿਲਕ ਲਾਉਂਦਾ ਹੈ ਅਤੇ ਨਿਤ ਇਸ਼ਨਾਨ ਕਰਦਾ ਹੈ, ਪਰ ਦਾਨ ਰਾਹੀਂ ਲੁੱਟਣ ਲੱਗਾ ਜਰਾ ਤਰਸ ਨਹੀਂ ਕਰਦਾ। ਮਾਨੋ ਹੱਥ ਵਿੱਚ ਛੁਰੀ ਫੜੀ ਹੋਈ ਹੈ। ਬ੍ਰਾਹਮਣ ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ ਮੰਤਰ ਪੜ੍ਹਦਾ ਹੈ,
ਪਰ ਆਪਣੇ ਜਜ਼ਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਝਿਜਕਦਾ। ਭਾਵ ਬ੍ਰਾਹਮਣ ਵਿਖਾਵੇ ਲਈ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਇਸ਼ਨਾਨ ਕਰਕੇ ਸਰੀਰ ਤੇ ਕਈ ਤਰ੍ਹਾਂ ਦੇ ਤਿਲਕ ਲਾਉਂਦਾ ਹੈ, ਪਰ ਕਸਾਈ ਦੀ ਲੋਹੇ ਦੀ ਛੁਰੀ ਵਾਂਗ ਇਸ ਨੇ ਦਾਨ ਛੁਰੀ ਫੜੀ ਹੋਈ ਹੈ, ਜਿਸ ਨਾਲ ਗਰੀਬਾਂ ਦਾ ਲਹੂ ਪੀ ਰਿਹਾ ਹੈ। ਅਜਿਹਾ ਪੂਜਾ ਪਾਠੀ ਪੁਰੋਹਿਤ ਮੂੰਹੋਂ ਤਾਂ ਮਿੱਠੀ ਸੁਰ ਨਾਲ ਵੇਦ ਮੰਤਰ ਪੜ੍ਹਦਾ ਹੈ, ਪਰ ਆਪਣੇ ਜਜ਼ਮਾਨਾਂ ਨਾਲ ਧੋਖਾ ਕਰਦਿਆਂ ਰਤਾ ਨਹੀਂ ਸੰਗਦਾ। ਭਾਵ ਵਿਖਾਵੇ ਵਾਲਾ ਪੂਜਾ ਪਾਠ ਮਨੁੱਖ ਨੂੰ ਧੋਖੇਬਾਜ਼ ਅਤੇ ਜ਼ਾਲਮ ਬਣਾਉਂਦਾ ਹੈ। ਮਹੱਲਾ ਤੀਜਾ। ਮਨ ਵਿਕਾਰੀ ਵੇੜਿਆ, ਵੇਕਾਰਾ ਕਰਮ ਕਮਾਹੇ, ਦੂਜੇ ਭਾਏ ਅਗਿਆਨੀ ਪੂਜਦੇ, ਦਰਗਾ ਮਿਲੇ ਸਜਾਏ, ਆਤਮ ਦਿਓ ਪੂਜੀਐ, ਬਿਨ ਸਤਿਗੁਰ ਬੂਝ ਨਾ ਪਾਏ, ਜਪ ਤਪ ਸੰਜਮ ਭਾਣਾ ਸਤਿਗੁਰੂ ਕਾ, ਕਰਮੀ ਪੱਲੇ ਪਾਏ, ਨਾਨਕ ਸੇਵਾ ਸੁਰਤ ਕਮਾਵਣੀ, ਜੋ ਹਰ ਭਾਵੈ ਸੋ ਥਾਏ ਪਾਏ। ਪੰਨਾ 88। ਅਰਥ, ਇਹ ਕੁਦਰਤ ਦਾ ਤਰੀਕਾ ਹੈ ਕਿ ਵਿਕਾਰਾਂ ਵਿੱਚ ਫਸਿਆ ਹੋਇਆ ਮਨ ਵਿਕਾਰਾਂ ਵਾਲੇ ਕਰਮ ਹੀ ਕਰਦਾ ਹੈ। ਇਸ ਵਾਸਤੇ ਮਾਇਆ ਦੇ ਪਿਆਰ ਵਿੱਚ ਫਸੇ ਰਹਿ ਕੇ ਜੋ ਮਨੁੱਖ ਪੂਜਾ ਕਰਦੇ ਹਨ, ਇਸ ਪੂਜਾ ਦਾ ਉਹਨਾਂ ਨੂੰ ਕੁਝ ਲਾਭ ਨਹੀਂ ਹੁੰਦਾ, ਦਰਗਾਹ ਵਿੱਚ ਸਜ਼ਾ ਹੀ ਮਿਲਦੀ ਹੈ। ਆਤਮਾ ਨੂੰ ਚਾਨਣ ਬਖਸ਼ਣ ਵਾਲੇ ਪ੍ਰਭੂ ਦੀ ਹੀ ਪੂਜਾ ਕਰਨੀ ਚਾਹੀਦੀ ਹੈ, ਪਰ ਸਤਿਗੁਰ ਤੋਂ ਬਿਨਾਂ ਸਮਝ ਨਹੀਂ ਪੈਂਦੀ। ਸਤਿਗੁਰ ਦਾ ਭਾਣਾ ਮੰਨਣਾ ਇਹ ਜਪ ਤਪ ਤੇ ਸੰਜਮ ਹੈ, ਇਹੀ ਪਰਮਾਤਮਾ ਦੀ ਪੂਜਾ ਵੀ ਹੈ। ਸਤਿਗੁਰ ਮਿਹਰ ਕਰੇ ਤਾਂ ਭਾਣਾ ਮੰਨਣ ਦੀ ਸਮਰੱਥਾ ਪ੍ਰਾਪਤ ਹੁੰਦੀ। ਹੇ ਨਾਨਕ, ਉਂਝ ਤਾਂ ਜੋ ਸੇਵਾ ਹਰੀ ਨੂੰ ਚੰਗੀ ਲੱਗੇ ਉਹੀ ਪ੍ਰਵਾਨ ਹੁੰਦੀ ਹੈ, ਪਰ ਸੇਵਾ ਵੀ ਸੁਰਤ ਦੁਆਰਾ ਹੀ, ਭਾਵ ਸੁਰਤ ਨੂੰ ਸਤਿਗੁਰ ਦੇ ਭਾਣੇ ਵਿੱਚ ਟਿਕਾ ਕੇ ਹੀ ਕੀਤੀ ਜਾ ਸਕਦੀ ਹੈ। ਆਤਮਿਕ ਸੂਝ ਤੋਂ ਬਿਨਾਂ ਕੇਵਲ ਵਿਖਾਵੇ ਲਈ ਵਰਤ ਰੱਖਣੇ, ਕਰਮ ਕਾਂਡ ਦੇ ਹੋਰ ਮਿੱਥੇ ਹੋਏ ਨੇਮ ਨਿਭਾਉਣੇ, ਰੋਜ਼ਾਨਾ ਦੇਵ ਪੂਜਾ ਕਰਨੀ, ਧਰਮ ਪੁਸਤਕਾਂ ਦੇ ਪਾਠ ਕਰਕੇ ਲੋਕਾਂ ਨੂੰ ਸੁਣਾਉਣੇ, ਅਜਿਹੇ ਕਰਮ ਮਾਇਆ ਦਾ ਮੋਹ ਪੈਦਾ ਕਰਨ ਦੇ ਨਾਲ ਹਉਮੈ ਵਧਾਉਂਦੇ ਹਨ। ਵਰਤ ਨੇਮ ਨਿਤਾ ਪ੍ਰਤ ਪੂਜਾ, ਬਿਨ ਬੂਝੇ ਸਭ ਭਾਉ ਹੈ ਦੂਜਾ, ਹਉਮੈ ਮੇਰਾ ਭਰਮੇ ਸੰਸਾਰ। ਪੰਨਾ 841। ਹਉਮੈ ਪਰਮਾਤਮਾ ਤੋਂ ਦੂਰੀ ਬਣਾਉਂਦੀ ਹੈ। ਮਾਇਕ ਮੋਹ ਅਥਵਾ ਮਾਇਆ ਦਾ ਮੋਹ ਆਤਮਿਕ ਮੌਤ ਦਾ ਮੂਲ ਹੈ। ਜਹ ਲੋਭ ਤਹ ਕਾਲ। ਪੰਨਾ 1372। ਵਿਖਾਵੇ ਵਾਲੇ ਪੁੰਨ ਪੂਜਾ ਆਦਿ ਦਾ ਇੱਕ ਇਹ ਪੱਖ, ਜਗਨ ਹੋਮ ਪੁੰਨ ਤਪ ਪੂਜਾ, ਦੇ ਦੁਖੀ ਨਿਤ ਦੂਖ ਸਹੈ, ਰਾਮ ਨਾਮ ਬਿਨ ਮੁਕਤ ਨ ਪਾਵਸ, ਮੁਕਤ ਨਾਮ ਗੁਰਮੁਖ ਲਹੈ। ਪੰਨਾ 1127। ਅਰਥ, ਜਗ ਹਵਨ ਪੁੰਨ ਦਾਨ ਤਪ ਦੇਵ ਪੂਜਾ ਆਦਿਕ ਵਿਖਾਵੇ ਵਾਲੇ ਧਰਮ ਕਰਮ ਕਰਨ ਨਾਲ ਸਰੀਰ ਕਸ਼ਟ ਸਹਾਰਨ ਦਾ ਦੁੱਖ ਸਹਿਣ ਤੋਂ ਛੁੱਟ ਹੋਰ ਕੋਈ ਲਾਭ ਨਹੀਂ ਹੁੰਦਾ। ਵਿਕਾਰਾਂ ਤੋਂ ਛੁਟਕਾਰਾ ਕੇਵਲ ਤਦ ਹੀ ਮਿਲਦਾ ਹੈ ਜੇ ਮਨੁੱਖ ਗੁਰੂ ਦੇ ਕਹੇ ਵਿੱਚ ਰਹਿ ਕੇ ਪ੍ਰਭੂ ਦੇ ਨਾਮ ਦੇ ਸਿਮਰਨ ਨਾਲ ਮਨ ਜੋੜ ਲਵੇ। ਗੁਰਬਾਣੀ ਦਾ ਫਤਵਾ ਹੈ ਕਿ ਪ੍ਰਭੂ ਤੋਂ ਬਿਨਾਂ ਹੋਰ ਭਾਵੇਂ ਅਸੰਖਾਂ ਦੇਵੀ ਦੇਵਤੇ ਆਦਿ ਦੀ ਪੂਜਾ ਕਰੀ ਜਾਓ, ਕੋਈ ਧਰਮ ਕਰਮ ਵੀ ਪ੍ਰਭੂ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦਾ। ਅਸੰਖ ਕੋਟ ਅਨ ਪੂਜਾ ਕਰੀ, ਏਕ ਨਾ ਪੂਜਸ ਨਾਮੇ ਹਰੀ। ਪੰਨਾ 1163। ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ, ਭਾਗ 12ਵਾਂ, ਤੀਜੇ ਕਾਂਡ ਦਾ ਭਾਗ 7ਵਾਂ 8ਵਾਂ ਅਤੇ 9ਵਾਂ। ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ। ਆਵਾਜ਼ ਗੁਰਜੰਟ ਸਿੰਘ ਰੂਪਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।